बिस्मिल्लाहिर्रहमानिर्रहीम। बलूचिस्तान तो तहरीके तहफ़्फ़ुज़ आईन पाकिस्तान ने अपने पहले जलसे का आगाज़ कर दिता और होया है कि उस जलसे वास्ते ज़िली इंतज़ामिया ने इजाज़त नहीं दी सी। पुलिस दीयां रुकावटां भी सन और फिर एक दिन पहले उत्थे चूंकि बलूचिस्तान दे विच एक बड़ा ही खौफनाक वाक़या हो चुकिया सी, जिंदे विच पंजाबी शनाख्ती कार्ड वाले लोगों ਨੂੰ ਬੱਸ ਤੋਂ ਉਤਾਰ ਕੇ ਤੇ ਗੋਲੀਆਂ ਮਾਰੀਆਂ ਗਈਆਂ। 9 ਦੇ ਕਰੀਬ ਇਹ ਲੋਕ ਵਿਚਾਰੇ ਜਿਹੜੇ ਮਾਰੇ ਗਏ ਤੇ ਇਹਦੇ ਤੋਂ ਇੱਕ ਫਿਜ਼ਾ ਐਸੀ ਸੀ ਕਿ ਲੋਕ ਸਹਿਮੇ ਹੋਏ ਸਨ। ਲੇਕਿਨ ਇੰਤਜ਼ਾਮੀਆਂ ਦੀਆਂ ਕੋਸ਼ਿਸ਼ਾਂ ਔਰ ਇਸ ਦਹਿਸ਼ਤਗਰਦੀ ਦੇ ਵਾक़ੇ ਦੇ ਬਾਵਜੂਦ ਲੋਕਾਂ ਦੀ ਇੱਕ ਬਹੁਤ ਵੱਡੀ ਤਾਦਾਦ ਇਸ ਜਲਸੇ 'ਚ ਪਹੁੰਚੀ ਔਰ ਸ਼ਾਇਦ ਬਲੂਚਿਸਤਾਨ ਦੀ ਤਾਰੀਖ ਦੇ ਵਿੱਚ ਕੌਮੀ ਜਮਾਤਾਂ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਵੱਡਾ ਜਲਸਾ ਸੀ। ਇਸ ਤੋਂ ਪਹਿਲੇ ਪੀਡੀਐਮ ਦੇ ਵੀ ਜਲਸੇ ਅਸੀਂ ਵੇਖੇ, ਲੇਕਿਨ ਇਸ ਤਰ੍ਹਾਂ ਦੇ ਮੁਤਾਸਰਕੁਨ ਨਹੀਂ ਸੀ। ਸ਼ਾਇਦ ਇਹਦੀ ਇੱਕ ਵਜ੍ਹਾ ਇਹ ਵੀ ਸੀ ਕਿ ਮਹਾਰਾਣੀ ਬਲੋਚ ਜਦੋਂ ਇੱਥੋਂ ਇਸਲਾਮਾਬਾਦ ਤੋਂ ਧਰਨਾ ਦੇ ਕੇ ਵਾਪਸ ਗਈ ਤੇ ਉੱਥੇ ਬੜਾ ਇਸਤਕਬਾਲ ਹੋਇਆ ਔਰ ਐਂਟੀ ਐਸਟੈਬਲਿਸ਼ਮੈਂਟ ਗੱਲਾਂ ਹੋਈਆਂ ਔਰ ਇਹ ਜਿਹੜਾ ਜਲਸਾ ਹੈਗਾ ਸੀ ਇਹ ਵੀ ਬੁਨਿਆਦੀ ਤੌਰ ਤੇ ਐਸਟੈਬਲਿਸ਼ਮੈਂਟ ਦੇ ਮੁਖਾਲਫ ਸੀ, ਐਸਟੈਬਲਿਸ਼ਮੈਂਟ ਦੀਆਂ ਪਾਲਿਸੀਆਂ ਦੇ ਮੁਖਾਲਫ ਸੀ ਔਰ ਉਹਦੇ ਵਿੱਚ ਐਸੇ ਸਿਆਸਤਦਾਨ ਸਨ ਜਿਨ੍ਹਾਂ ਦਾ ਬਰਸਾ ਬਰਸ ਤੱਕ ਸ਼ਨਾਖਤ ਜਿਹੜੀ ਹੈ ਬਹਰਹਾਲ ਉਹ ਐਸਟੈਬਲਿਸ਼ਮੈਂਟ ਦੇ ਖਿਲਾਫ ਜਦੋਜਹਿਦ ਕਰਨ ਵਾਲੇ ਸਿਆਸਤਦਾਨਾਂ ਦੇ ਤੌਰ ਤੇ ਰਹੀ ਹੈ। ਲੇਕਿਨ ਇਹ ਸਿਆਸਤਦਾਨ ਤਾਂ ਉਹੀ ਸਨ ਜਿਹੜੇ ਪਹਿਲੇ ਵੀ ਇਸ ਮੁਲਕ ਦੇ ਵਿੱਚ ਸਿਆਸਤ ਕਰਨ ਡਏ ਸੀ। ਫਰਕ ਪਿਆ ਵੇ ਇੱਕ ਤਾਂ ਜਮਾਤ ਇਸਲਾਮੀ ਜਿਹੜੀ ਹੈ ਉਹ ਇਹਦਾ ਹਿੱਸਾ ਬਣੀ ਔਰ ਦੂਸਰਾ ਫਰਕ ਜਿਹੜਾ ਹੈ ਉਹ ਹੈਗਾ ਸੀ ਕਿ ਤਹਿਰੀਕ ਇਨਸਾਫ ਇਸ 6 ਜਮਾਤੀ ਇਤਿਹਾਦ ਜਿਹੜਾ ਹੈ ਇਹ ਉਹਦਾ ਹਿੱਸਾ ਬਣੀ ਔਰ ਤਹਿਰੀਕ ਇਨਸਾਫ ਚੂੰਕਿ ਇਸ ਵਕਤ ਲੋਕਾਂ ਦੀਆਂ ਕੁਝ ਅਵਾਮੀ ਸਤਹ ਤੇ ਉਹਦੇ ਨਾਲ ਹਮਦਰਦੀਆਂ ਨੇ। ਬਹਾਵਲ ਨਗਰ ਵਾਲਾ ਵਾਕਿਆ ਹੋਇਆ ਹੈ। ਫਿਰ ਮੈਂ ਅੱਗੇ ਜਿਵੇਂ ਮਿਸਾਲ ਦਿੱਤੀ ਕਿ ਨੌਸ਼ਕੀ ਦੇ ਵਿੱਚ ਜੋ ਕੁਝ ਹੋਇਆ ਵੇ 9 ਬੰਦੇ ਮਾਰੇ ਗਏ ਪੰਜਾਬੀ ਸ਼ਨਾਖਤੀ ਕਾਰਡ ਵਾਲੇ, ਉਹ ਵਾਕਿਆ ਹੋਇਆ ਔਰ ਉਸ ਤੋਂ ਸਭ ਨਾਲੋਂ ਜ਼ਿਆਦਾ ਜਿਹੜਾ ਸੀ ਇਹ ਕਿ ਜ਼ਿਲ੍ਹੇ ਇੰਤਜ਼ਾਮੀਆ ਨੇ ਜਲਸੇ ਦੀ ਇਜਾਜ਼ਤ ਨਾ ਦਿੱਤੀ, ਰੁਕਾਵਟਾਂ ਪੈਦਾ ਕੀਤੀਆਂ, ਪੁਲਿਸ ਨੂੰ ਇਸਤੇਮਾਲ ਕੀਤਾ ਤੇ ਰੈਜ਼ਿਸਟੈਂਸ ਤਾਂ ਇੱਕ ਇਹੋ ਹੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਨਾ। ਤੇ ਇਹਦੇ ਬਾਵਜੂਦ ਲੋਕਾਂ ਦੀ ਤਾਦਾਦ ਮੁਤਾਸਰ ਕੁਨ ਹੋਣਾ ਇਹ ਜ਼ਾਹਿਰ ਕਰਦਾ ਹੈ ਕਿ ਬਲੂਚਿਸਤਾਨ ਦੀ ਜ਼ਮੀਨ ਜਿਹੜੀ ਹੈ ਉਹ एहतजाजी सियासत वास्ते बड़ी ही ਜ਼ਰਖੇਜ਼ ਹੋ ਚੁੱਕੀ ਹੈ ਜਾਂ ਉੱਥੇ ਮਾਹੌਲ ਬੜਾ ਬਿਹਤਰੀਨ एहतजाजी सियासत ਵਾਸਤੇ ਬਣਾ ਦਿੱਤਾ ਗਿਆ। ਇਹ ਤਾਂ ਮੈਂ ਹੋਰ ਤਰ੍ਹਾਂ ਦੀ ਗੱਲ ਕਰਨ ਡਿਆ ਵਾਂ एहतजाजी सियासत ਔਰ ਮਾਹੌਲ ਦੇ। ਇਹਨੂੰ ਜ਼ਰਾ ਅੱਗੇ ਜਾ ਕੇ ਹੀ ਵੇਖੋ ਅਗਰ ਤੇ ਇਹ ਇੱਕ ਗੌਰ ਦੇ ਕਾਬਲ ਹੈ ਔਰ ਤਸ਼ਵੀਸ਼ ਦੇ ਕਾਬਲ ਵੀ ਸੂਰਤ ਹਾਲ ਹੈਗੀ ਕਿ ਇੱਕ ਸੂਬਾ ਜਿਹੜਾ ਹੈ ਉੱਥੇ ਮੁਸਲਸਲ ਜਿਹੜੀਆਂ ਅਵਾਮੀ ਤਹਿਰੀਕਾਂ ਨੇ ਉਹ ਅਗਰ ਐਸਟੈਬਲਿਸ਼ਮੈਂਟ ਦੇ ਖਿਲਾਫ ਜਾਣੀਆਂ ਸ਼ੁਰੂ ਹੋ ਜਾਣ ਤੇ ਫਿਰ ਸਾਨੂੰ ਥੋੜਾ ਜਿਹਾ ਗੌਰ ਕਰਨ ਦੀ ਜ਼ਰੂਰਤ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ, ਇਹਦੇ ਨਤਾਇਜ ਹੋਰ ਤਰ੍ਹਾਂ ਵੀ ਆਉਂਦੇ ਨੇ। ਪਰ ਦੂਸਰੇ ਪਾਸੇ ਜਿਹੜੇ ਐਸਟੈਬਲਿਸ਼ਮੈਂਟ ਦੇ ਹਾਮੀ ਹਲਕੇ ਨੇ ਉਹਨਾਂ ਵੀ ਇਸ ਜਲਸੇ ਵਿੱਚ ਜਿਹੜੀਆਂ ਤਕਰੀਰਾਂ ਹੋਈਆਂ ਉਹਦੇ ਉੱਤੇ ਗੱਲ ਕੀਤੀ। ਉਹਨਾਂ ਦਾ ਇਹ ਖਿਆਲ ਹੈ ਕਿ ਇੱਕ ਸੂਬਾ ਜਿਹੜਾ ਪਹਿਲੇ ਹੀ ਮਸਾਇਲ ਦਾ ਸ਼ਿਕਾਰ ਹੈ ਜਿੱਥੇ ਕੌਮੀ ਯਕਜਹਿਤੀ ਪੈਦਾ ਕਰਨ ਦੀ ਲੋੜ ਸੀ। ਠੀਕ ਹੈ, ਅਗਰ ਇਹਨਾਂ ਜਮਾਤਾਂ ਨੂੰ ਕੋਈ ਸ਼ਿਕਾਇਤ ਵੀ ਹੈਗੀ ਹੈ ਇਸਟੈਬਲਿਸ਼ਮੈਂਟ ਤੋਂ, ਨਿਜ਼ਾਮ ਤੋਂ, ਰਿਆਸਤ ਤੋਂ ਤੇ ਉਹਦੇ ਉੱਤੇ ਜ਼ਰੂਰ ਗੱਲ ਕਰਨ, ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਮਹਿਰੂਮੀਆਂ ਨੇ ਉਹਨਾਂ ਨੂੰ ਐਕਸਪਲੋਇਟ ਨਾ ਕਰਨ। ਇਹ ਜਿਹੜਾ ਤਹਫ਼ੁਜ਼ ਆਇਨ ਪਾਕਿਸਤਾਨ ਤਹਿਰੀਕ ਇਹਦੇ ਰਹਿਨੁਮਾਵਾਂ ਨੇ ਉੱਥੇ ਜਿਹੜੀਆਂ ਗੱਲਾਂ ਕੀਤੀਆਂ ਫੌਜੀ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰਨ ਦੇ ਹਵਾਲੇ ਨਾਲ ਔਰ ਰਿਆਸਤ ਦੇ ਵਿੱਚ ਔਰ ਉੱਥੋਂ ਦੇ ਲੋਕਾਂ ਦੀਆਂ ਮਹਿਰੂਮੀਆਂ ਦੀ ਗੱਲ ਕੀਤੀ। ਇਹ ਵਰਗੀਆਂ ਚੀਜ਼ਾਂ ਜਿਹੜੀਆਂ ਸੀ ਇਹ ਸਮਝੀਆਂ ਜਾ ਰਹੀਆਂ ਨੇ ਕਿ ਪਹਿਲੇ ਤੋਂ ਜਿਹੜਾ ਖਰਾਬ ਮਾਹੌਲ ਹੈਗਾ ਬਲੋਚਿਸਤਾਨ ਦਾ ਉਹਨੂੰ ਹੋਰ ਖਰਾਬ ਕਰਨ ਦੀ ਇੱਕ ਕੋਸ਼ਿਸ਼ ਹੈ। ਦੂਸਰਾ ਇਹ ਵੇ ਕਿ ਇਹਨਾਂ ਸਿਆਸਤਦਾਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿੰਨਾ ਮੁਸਤਰਦ ਲੋਕ ਨੇ, ਇਲੈਕਸ਼ਨ ਵੀ ਹਾਰੇ ਨੇ, ਲੋਕਾਂ ਨੇ ਇਹਨਾਂ ਨੂੰ ਕਬੂਲ ਨਹੀਂ ਕੀਤਾ ਤੇ ਹੁਣ ਇਹ ਇੱਕ ਕਮਜ਼ੋਰ ਜਿਹੜੀ ਸੂਰਤ ਹਾਲ ਹੈ ਪਾਕਿਸਤਾਨ ਦੀ ਕ੍ਰਾਈਸਿਸ ਦੇ ਵਿੱਚ ਮੁਲਕ ਤੇ ਜਿਹੜੀ ਵਜੂਹਾਤ ਨਾਲ ਕ੍ਰਾਈਸਿਸ 'ਚ ਹੈਗਾ ਉਹਨਾਂ ਵਜੂਹਾਤ ਨੂੰ ਬੁਨਿਆਦ ਬਣਾ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹੋ ਜਿਹੀਆਂ ਗੱਲਾਂ ਨੇ। ਬਹਰਹਾਲ ਦੋਵਾਂ ਤਰਫਾਂ ਮੁਖਤਲਿਫ ਤਰ੍ਹਾਂ ਦੀ ਸੂਰਤ ਹਾਲ ਸਾਡੇ ਸਾਹਮਣੇ ਰੱਖੀ ਜਾ ਰਹੀ, ਲੇਕਿਨ ਅਸੀਂ ਤਾਂ ਇਹ ਵੇਖਦੇ ਹਾਂ ਕਿ ਇਹ ਵਾਲੀ ਸਿਆਸਤ ਜਿਹੜੀ ਹੈ ਇਹ ਕਿੰਨੀ ਦੇਰ ਚੱਲੇਗੀ। ਦੋਵੇਂ ਫਰੀਕਾਂ ਨੂੰ ਕੁਝ ਪਿੱਛੇ ਹਟਣਾ ਪਏਗਾ ਇਸ ਵਾਸਤੇ ਕਿ ਇਹ ਮੁਲਕ ਜਿਹੜਾ ਹੈ ਇਹ ਰਿਆਸਤ ਜਿਹੜੀ ਹੈ
ਇਹ ਤਸਾਦਮ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਪਾਉਂਦੀ। ਇੱਕ ਪਾਸੇ ਵੇਖੋ ਨਾ, ਸਾਨੂੰ ਸਿਕਿਉਰਿਟੀ ਦੇ ਮਸਾਇਲ ਨੇ, ਸਾਡੇ ਬਾਰਡਰਸ ਤੇ ਜਿਹੜੀ ਸੂਰਤ ਹਾਲ ਹੈ, ਫਿਰ ਸਾਡੀ ਮਾਸ਼ੀ ਸੂਰਤ ਹਾਲ ਕਿੰਨੀ ਖਰਾਬ ਹੈ, ਸਾਡੇ ਇੰਟਰਨਲ ਜਿਹੜੇ ਰਿਫਟਸ ਨੇ, ਬੜੀਆਂ ਦਰਾੜਾਂ ਪਈਆਂ ਨੇ ਸਾਡੇ ਸਮਾਜ ਦੇ ਵਿੱਚ। ਸਾਡੀ ਸਿਆਸੀ ਜਮਾਤਾਂ ਜਿਹੜੀਆਂ ਨੇ ਉਹ ਕਿਸੇ ਕੌਮੀ ਏਜੰਡੇ ਤੇ ਨਹੀਂ ਗਈਆਂ। ਬੁਨਿਆਦੀ ਤੌਰ ਤੇ ਜਮਾਤਾਂ ਦਾ ਰੋਲ ਕੀ ਹੁੰਦਾ ਹੈ ਕਿ ਮੁੰਤਸ਼ਰ ਕਿਸਮ ਦੇ ਜਿਹੜੇ ਗਰੁੱਪ ਹੁੰਦੇ ਨੇ, ਜਿਹੜੇ ਲੋਕਾਂ ਦੀ ਰਾਏ ਹੁੰਦੀ ਉਹਨੂੰ ਬ੍ਰਿਜ ਕਰਦੀਆਂ ਨੇ, ਔਰ ਉਹ ਬ੍ਰਿਜ ਕਰਕੇ ਇੱਕ ਕੌਮੀ ਏਜੰਡਾ ਤਰਤੀਬ ਦੇ ਦਿੰਦੀਆਂ ਨੇ। ਉਹ ਸਾਡੀਆਂ ਸਿਆਸੀ ਜਮਾਤਾਂ ਕੌਮੀ ਏਜੰਡਾ ਤਾਂ ਤਰਤੀਬ ਦਿੰਦੀਆਂ ਨਹੀਂ ਹੈਗੀਆਂ, ਉਹ ਇਹਦੇ ਬਜਾਏ ਕੌਮ ਨੂੰ ਮਜ਼ੀਦ ਤਕਸੀਮ ਕਰਦੀਆਂ ਨੇ। ਇਹ ਤਕਸੀਮ ਜਿਹੜੀ ਅਸੀਂ ਪਹਿਲੇ ਵੇਖਦੇ ਰਹੇ ਹਾਂ, ਮਜ਼ਹਬੀ ਬੁਨਿਆਦਾਂ ਤੇ ਰਹੀ ਹੈ, ਫਿਰ ਲੈਫਟ ਰਾਈਟ ਦੇ ਨਜ਼ਰੀਆਤ ਦੀ ਬੁਨਿਆਦ ਤੇ ਰਹੀ ਹੈ। ਲੇਕਿਨ ਹੁਣ ਇਹਦੇ ਵਿੱਚ ਕੁਝ ਹੋਰ ਫੈਕਟਰ ਵੀ ਆ ਗਏ ਨੇ। ਹੁਣ ਇਹਦੇ ਵਿੱਚ ਇੱਕ ਤਾਂ ਤਬਕਾਤੀ ਜਿਹੜੀ ਤਕਸੀਮ ਦੀਆਂ ਗੱਲਾਂ ਪਹਿਲੇ ਹੁੰਦੀਆਂ ਸੀ ਸੋਸ਼ਲਿਸਟ ਨਜ਼ਰੀਆਤ ਦੇ ਤਹਿਤ, ਕਨਫਲਿਕਟ ਜਿਹੜੀ ਕਲਾਸਿਸ ਦਾ ਸੀ ਥਿਊਰੀ, ਉਹ ਸਾਨੂੰ ਮਜ਼ੀਦ ਸ਼ਦੀਦ ਨਜ਼ਰ ਆਉਂਦੀ। ਲੇਕਿਨ ਕੋਈ ਉਹਨੂੰ ਉਸ ਤਰ੍ਹਾਂ ਕਲਾਸ ਕਨਫਲਿਕਟ ਦਾ ਨਾਂ ਲੈ ਕੇ ਉਹਨੂੰ ਡਿਸਕਸ ਨਹੀਂ ਕਰਦਾ। ਇਹਨੂੰ ਹੋਰ ਹੋਰ ਤਰ੍ਹਾਂ ਲੋਕ ਗੱਲ ਕਰਦੇ ਨੇ, ਅਮੀਰ ਗਰੀਬ ਦੀ ਗੱਲ ਕਰ ਲੈਂਦੇ ਨੇ, ਲੇਕਿਨ ਕਲਾਸ ਕਨਫਲਿਕਟ ਦੀ ਗੱਲ ਨਹੀਂ ਕਰਦੇ। ਹਾਲਾਂਕਿ ਇਹ ਅਸਲ ਕਲਾਸ ਕਨਫਲਿਕਟ ਹੀ ਹੈਗਾ ਕਿ ਜਦੋਂ ਇੱਕ ਖਾਸ ਤਬਕਾ, ਉਹਦੀ ਹੀ ਅਫਸਰਸ਼ਾਹੀ ਹੈ, ਉਹੀ ਫੌਜੀ ਐਸਟੈਬਲਿਸ਼ਮੈਂਟ ਦੇ ਵਿੱਚ ਹੈਗਾ, ਉਹੀ ਸਿਆਸਤਦਾਨਾਂ ਦੇ ਵਿੱਚ ਹੈਗਾ, ਉਹੀ ਬਿਜ਼ਨਸ ਕਲਾਸ ਹੈਗੀ, ਔਰ ਉਹੀ ਪਾਰਲੀਮੈਂਟ ਦੇ ਵਿੱਚ ਹੈਗੇ ਨੇ। ਤੇ ਉਹ ਵਾਲਾ ਜਿਹੜਾ ਤਬਕਾ ਹੈਗਾ ਵੇ, ਉਹ ਉਹਦੇ ਕੋਲ ਸਾਰੇ ਇਖਤਿਆਰ ਨੇ। ਦੂਸਰੇ ਪਾਸੇ ਜਿਹੜਾ ਤਬਕਾ ਹੈਗਾ ਵੇ, ਮਹਿਰੂਮ ਲੋਕਾਂ ਦਾ ਹੈ, ਉਹ ਉਹਨਾਂ ਦੀ ਪਾਰਲੀਮੈਂਟ 'ਚ ਨੁਮਾਇੰਦਗੀ ਨਹੀਂ ਹੈਗੀ, ਉਹਨਾਂ ਦੇ ਕੋਲ ਕਾਰੋਬਾਰ ਨਹੀਂ ਹੈਗਾ, ਉਹਨਾਂ ਦੇ ਕੋਲ ਇਖਤਿਆਰ ਨਹੀਂ ਹੈਗਾ, ਔਰ ਉਹ ਆਪਣੇ ਜਿਹੜੇ ਸ਼ਹਿਰੀ ਔਰ ਬੁਨਿਆਦੀ ਹਕੂਕ ਨੇ ਉਹ ਵੀ ਪ੍ਰੈਕਟਿਸ ਨਹੀਂ ਕਰ ਪਾ ਰਹੇ। ਤੇ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਬੁਨਿਆਦੀ ਤੌਰ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਕ੍ਰਾਈਸਿਸ ਹੈਗਾ, ਉਹਦੀ ਬੁਨਿਆਦ ਕਲਾਸ ਹੀ ਹੈਗੀ ਹੈ, ਤਬਕਾਤੀ ਹੀ ਹੈਗੀ ਕਸ਼ਮਕਸ਼। ਖੈਰ, ਇਹ ਵਾਲੀ ਤਬਕਾਤੀ ਕਸ਼ਮਕਸ਼ ਦੇ ਨਾਲ ਨਾਲ ਅਸੀਂ ਕੁਝ ਹੋਰ ਵੀ ਚੀਜ਼ਾਂ ਅੱਗੇ ਵੱਧ ਕੇ ਵੇਖੀਏ ਤੇ ਕੁਝ ਫਾਲਟ ਲਾਈਨਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ, ਜਿੰਦੀ ਮੇਰਾ ਖਿਆਲ ਹੈ ਕਿ ਹੱਥ ਜਿਹੜੇ ਨੇ ਨਾ, ਉਹ ਬੈਨ ਅਲ-ਅਕਵਾਮੀ ਜਿਹੜੀ ਨਾ ਪੁਸ਼ਤਮਨਾਈ ਨਾਲ ਕੰਮ ਕਰ ਰਹੇ, ਔਰ ਸਾਨੂੰ, ਸਾਡੇ ਅਦਾਰਿਆਂ ਨੂੰ, ਔਰ ਲੋਕਾਂ ਨੂੰ ਔਰ ਸਿਆਸਤਦਾਨਾਂ ਨੂੰ ਸਮਝਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ ਕਿ ਇਹ ਖਿੱਤਾ ਜਿਹੜਾ ਹੈ ਇਹ ਕਿਤੇ ਜੰਗ ਵੱਲ ਨਾ ਚਲਾ ਜਾਵੇ। ਕੁਝ ਤਾਕਤਾਂ ਜਿਹੜੀਆਂ ਨੇ ਉਹ ਚਾਹੁੰਦੀਆਂ ਨੇ ਕਿ ਇੱਥੇ ਇੱਕ ਮੁਸੱਲਾ ਕਨਫਲਿਕਟ ਪੈਦਾ ਹੋਵੇ। ਅੱਗੇ ਜਿਹੜੇ ਕਨਫਲਿਕਟ ਸਨ ਉਹ ਅਮਰੀਕਾ ਦੀ ਖਾਹਿਸ਼ ਦੇ ਉੱਤੇ ਹੁੰਦੇ ਰਹੇ, ਤੇ ਉਹਦੇ ਵਿੱਚ ਪਾਕਿਸਤਾਨ ਇੱਕ ਇਤਿਹਾਦੀ ਦੇ ਤੌਰ ਤੇ ਸ਼ਰੀਕ ਰਿਹਾ। ਕਿਸੇ ਨਾ ਕਿਸੇ ਤੋਂ ਪਾਕਿਸਤਾਨ ਦਾ ਅਗਰ ਨੁਕਸਾਨ ਵੀ ਹੋਇਆ ਤੇ ਕਿਸੇ ਸਤ੍ਹਾ ਦੇ ਉੱਤੇ ਉਹਨੂੰ ਕੰਪਨਸੇਟ ਵੀ ਕੀਤਾ ਜਾਂਦਾ ਰਿਹਾ। ਲੇਕਿਨ ਅਗਰ ਇਜ਼ਰਾਈਲ ਈਰਾਨ ਤਸਾਦਮ ਹੋ ਜਾਂਦਾ ਹੈ, ਜਾਂ ਸਾਡੇ ਹਾਂ ਕੋਈ ਐਸਾ ਝਗੜਾ ਵੱਡਾ ਪੈਦਾ ਕਰ ਦਿੱਤਾ ਜਾਂਦਾ ਹੈ, ਤੇ ਫਿਰ ਉਹ ਸਾਨੂੰ ਕੋਈ ਫਾਇਦਾ ਹੁੰਦਾ ਨਹੀਂ ਹੋਵੇਗਾ, ਸਾਨੂੰ ਨੁਕਸਾਨ ਹੋਵੇਗਾ। ਔਰ ਜਿਵੇਂ ਅਰਬ ਰਿਆਸਤਾਂ ਨੂੰ ਇਸ਼ਤਿਆਲ ਦਿਲਾਇਆ ਜਾ ਰਿਹਾ ਹੈ ਇਜ਼ਰਾਈਲ ਦੇ ਹੱਥੋਂ ਫਲਸਤੀਨੀਆਂ ਨੂੰ ਮਰਵਾ ਕੇ, ਕਿ ਉਹ ਕੋਈ ਐਸਾ ਇਕਦਾਮ ਕਰਨ ਜਿਹਦੀ ਵਜ੍ਹਾ ਨਾਲ ਇਜ਼ਰਾਈਲ ਨੂੰ ਮੌਕਾ ਮਿਲੇ ਤੇ ਉਹ ਉਹਨਾਂ ਦੇ ਹੋਰ ਇਲਾਕੇ ਖੋਵੇ, ਜਿਵੇਂ ਪਹਿਲੇ ਜੰਗਾਂ 'ਚ ਖੋਹਦੇ ਰਹੇ। ਇਸੇ ਤਰ੍ਹਾਂ ਪਾਕਿਸਤਾਨ ਨੂੰ ਵੀ ਇਸ਼ਤਿਆਲ ਦਿਲਾਇਆ ਜਾ ਰਿਹਾ ਹੈ, ਤੇ ਪਾਕਿਸਤਾਨ ਦੀ ਲੀਡਰਸ਼ਿਪ ਵਾਸਤੇ, ਉਹ ਲੀਡਰਸ਼ਿਪ ਚਾਹੇ ਇਕਤਦਾਰ 'ਚ ਹੋਵੇ ਜਾਂ ਹਿਜ਼ਬ ਮੁਖਾਲਫ 'ਚ ਹੋਵੇ, ਉਹਨੂੰ ਇਸ ਟਾਈਮ ਹੋਸ਼ ਕਰਨ ਦੀ ਵੀ ਲੋੜ ਹੈ। ਔਰ ਮੈਂ ਸਮਝਦਾ ਵਾਂ ਕਿ ਇਹ ਜਿਹੜੇ ਕ੍ਰਾਈਸਿਸ ਹੁੰਦੇ ਨੇ, ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਮੁਲਕ ਮਜ਼ੀਦ ਕ੍ਰਾਈਸਿਸ ਵੱਲ ਜਾਵੇ। ਇਹਦੇ ਵਿੱਚ ਕੁਝ ਨਵੇਂ ਚਿਹਰੇ, ਨਵੀਂ ਕਿਆਦਤ ਵੀ ਨਿਕਲਦੀ ਹੁੰਦੀ। ਮੈਨੂੰ ਉਹ ਸਿਲਵਰ ਲਾਈਨ ਜਿਹੜੀ ਇਹ ਹਾਲੇ ਨਜ਼ਰ ਨਹੀਂ ਆ ਰਹੀ। ਹਾਲੇ ਤੱਕ ਮੈਨੂੰ ਇਹੀ ਨਜ਼ਰ ਆ ਰਿਹਾ ਕਿ ਜਿੰਨੀ ਪਾਕਿਸਤਾਨ ਦੀ ਲੀਡਰਸ਼ਿਪ ਹੈਗੀ ਹੈ, ਉਹ ਪਾਕਿਸਤਾਨ ਨੂੰ ਮਜ਼ੀਦ ਬੁਹਰਾਨਾਂ ਦਾ ਸ਼ਿਕਾਰ ਕਰ ਰਹੀ। ਤੇ ਅੱਲਾ ਕਰੇ ਕਿ ਇਹਨਾਂ ਲੋਕਾਂ ਦੇ ਵਿੱਚੋਂ ਹੀ ਕੋਈ ਐਸਾ ਲੀਡਰ ਨਿਕਲੇ ਕਿ ਜਿਹੜਾ ਅਹਿਸਾਸ ਕਰੇ ਔਰ ਲੋਕਾਂ ਦੀ ਹਮਾਇਤ ਜਿਹਦੇ ਨਾਲ ਹੋਵੇ, ਔਰ ਉਹ ਸਾਰੇ ਮਸਾਇਲ ਨੂੰ, ਉਹ ਸਿਕਿਉਰਿਟੀ ਦੇ ਮਸਾਇਲ ਹੋਣ, ਉਹ ਖਾਰਜਾ ਤਾਲੁਕਾਤ ਹੋਣ ਪਾਕਿਸਤਾਨ ਦੇ, ਉਹ ਮਾਸ਼ੀ ਬਦਹਾਲੀ ਨੂੰ ਮਾਸ਼ੀ ਬਿਹਤਰੀ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੋਵੇ, ਉਹ ਪਾਕਿਸਤਾਨ ਦੀ ਸਾਖ ਬਿਹਤਰ ਕਰਨ ਦੀ ਹੋਵੇ, ਪਾਕਿਸਤਾਨ ਦੇ ਹਮਸਾਇਆਂ ਦੇ ਨਾਲ ਮਾਮਲਾ ਠੀਕ ਕਰਨ ਦੀ ਕੋਸ਼ਿਸ਼ ਹੋਵੇ, ਜਾਂ ਫਿਰ ਉਹਦੀ ਸਲਾਹੀਅਤ ਇਹ ਹੋਵੇ ਕਿ ਉਹ ਦੁਨੀਆ ਦੇ ਵਿੱਚ ਪਾਕਿਸਤਾਨ ਦੇ ਇੱਕ ਨਾਮ ਔਰ ਇੱਕ ਚੰਗਾ ਮੁਲਕ ਬਣਾ ਕੇ ਪੇਸ਼ ਕਰ ਸਕਦੇ। ਤੇ ਉਹ ਸਾਨੂੰ ਉਸ ਲੀਡਰਸ਼ਿਪ ਦੀ ਲੋੜ ਹੈਗੀ। ਤੇ ਮੇਰਾ ਖਿਆਲ ਹੈ ਕਿ ਇਹ ਜਿਸ ਜਲਸੇ ਦੇ ਵਿੱਚ ਅੱਜ ਉਹਨਾਂ ਨੇ ਪਹਿਲੇ ਜਲਸੇ ਦੇ ਵਿੱਚ ਹੀ ਗੱਡੀ ਪੰਜਵੇਂ ਗੇਅਰ 'ਚ ਪਾ ਦਿੱਤੀ ਹੈ, ਤੇ ਇਹ ਕੁਝ ਸ਼ਾਇਦ ਜ਼ਿਆਦਾ ਹੋ ਗਿਆ।
ਉਹਨਾਂ ਨੂੰ ਨੈਸ਼ਨਲ ਏਜੰਡੇ ਤੇ ਰਹਿਣਾ ਚਾਹੀਦਾ ਹੈ। ਆਇਨ ਦੀ ਬਹਾਲੀ ਦੀ ਬਿਲਕੁਲ ਗੱਲ ਕਰਨੀ ਚਾਹੀਦੀ। ਲੋਕਾਂ ਦੇ ਮਸਾਇਲ ਨੇ, ਪੁਲਿਸ ਦੇ ਹੱਥੋਂ, ਸਿਕਿਉਰਿਟੀ ਇਦਾਰਿਆਂ ਤੋਂ ਜਿਹੜੀ ਸ਼ਿਕਾਇਤ ਨੇ ਉਹ ਜ਼ਰੂਰ ਡਿਸਕਸ ਕਰਨ, ਲੇਕਿਨ ਉਹਦੇ ਵਿੱਚ ਇਹਨੂੰ ਇਸ ਤਰ੍ਹਾਂ ਦੀ ਸ਼ਕਲ ਨਾ ਦੇਣ ਕਿ ਜਿਵੇਂ ਲੱਗੇ ਕਿ ਇਹ ਮੁਲਕ ਦੇ ਇੱਕ ਤਾਕਤ ਜਾਂ ਇੱਕ ਜਿਹੜਾ ਐਸਟੈਬਲਿਸ਼ਮੈਂਟ ਦਾ ਹਿੱਸਾ ਹੈ, ਉਹ ਜਿਵੇਂ ਉਹਦੀਆਂ ਸਰਗਰਮੀਆਂ ਮੁਲਕ ਦੁਸ਼ਮਣ ਨੇ ਔਰ ਬਾਕੀ ਦੀਆਂ ਨਹੀਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਥੋੜ੍ਹੀਆਂ ਅੱਜ ਦੇ ਜਲਸੇ ਦੇ ਹਵਾਲੇ ਨਾਲ ਓਵਰਆਲ ਜਲਸਾ ਠੀਕ ਸੀ। ਔਰ ਬਸ ਇਹ ਵੇ ਕਿ ਸ਼ਾਇਦ ਬਲੋਚਿਸਤਾਨ ਦਾ ਮਾਹੌਲ ਇਸ ਤਰ੍ਹਾਂ ਹੈ ਕਿ ਉੱਥੇ ਸ਼ਿੱਦਤ ਨਾਲ ਗੱਲ ਨਾ ਕੀਤੀ ਜਾਵੇ ਤੇ ਕੁਛ ਹੁੰਦਾ ਨਹੀਂ। ਮੇਰਾ ਖਿਆਲ ਹੈ ਇਹ ਇਹਦਾ ਅਸਰ ਹੋ ਸਕਦਾ। ਤੇ ਅਗਲੇ ਜਲਸੇ ਤੇ ਇਹਦੇ ਤੇ ਗੱਲ ਕਰਾਂਗੇ। ਜਿਵੇਂ ਜਿਵੇਂ ਮੂਵਮੈਂਟ ਅੱਗੇ ਵਧੇਗੀ, ਜਲਸੇ ਮੁਖਤਲਿਫ ਸ਼ਹਿਰਾਂ 'ਚ ਕਰਾਂਗੇ, ਅਸੀਂ ਵੀ ਇਹਦੇ ਉੱਤੇ ਗੱਲ ਕਰਦੇ ਰਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਨਵੀਆਂ ਚੀਜ਼ਾਂ ਇਹਦੇ ਵਿੱਚੋਂ ਲੱਭਣ। ਤੇ ਰੱਬ ਰਾਖਾ ਜਨਾਬ, ਉਨੀ ਦੇਰ ਤੱਕ ਆਪਣਾ ਖਿਆਲ ਰੱਖਿਆ ਜੀ।